Hello students, now we will discuss our next topic number 5th. ਇਸ ਤੋਂ ਪਹਿਲਾਂ ਆਪਾਂ ਮਨੀ ਦੇ ਫੰਕਸ਼ਨਸ ਤੇ ਮਨੀ ਦੀਆਂ ਟਾਈਪਸ ਨੂੰ ਡਿਸਕਸ ਕਰ ਚੁੱਕੇ ਹਾਂ ਤੇ ਅੱਜ ਆਪਾਂ ਟੌਪਿਕ ਕਰਨਾ ਜੋ ਉਹਦਾ ਨਾਮ ਹੈਗਾ ਡਿਫਰੈਂਸ ਬਿਟਵੀਨ ਮਨੀ ਐਂਡ ਨੀਅਰ ਮਨੀ, ਜਿਹਨੂੰ ਮੁਦਰਾ ਤੇ ਨਿਕਟ ਮੁਦਰਾ ਦੇ ਵਿੱਚ ਅੰਤਰ ਬੋਲਿਆ ਜਾਂਦਾ। ਕੀ ਕਹਿੰਦੇ ਆ? ਨੋ ਡਾਊਟ ਮਨੀ ਐਂਡ ਨੀਅਰ ਮਨੀ, ਨੀਅਰ ਮਨੀ ਨੂੰ ਹੋਰ ਆਪਾਂ ਕ੍ਰੈਡਿਟ ਮਨੀ ਵੀ ਬੋਲਦੇ ਹਾਂ, ਪਲੇ ਐਨ ਇੰਪੋਰਟੈਂਟ ਰੋਲ ਇਨ ਦਾ ਬਿਜ਼ਨਸ ਮਾਡਰਨ ਵਰਲਡ। ਠੀਕ ਹੈ, ਜਿਹੜਾ ਆਪਣਾ ਮਾਡਰਨ ਆਪਣੀ ਇਕੋਨਮੀ ਆ, ਠੀਕ ਹੈ, ਉਹ ਬਹੁਤ ਹੀ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ। ਠੀਕ ਹੈ, ਆਪਣਾ ਜਿਹੜਾ ਬਿਜ਼ਨਸ ਕਰਨ ਦਾ ਢੰਗ ਉਹ ਬਹੁਤ ਜ਼ਿਆਦਾ ਕੀ ਹੈ, ਐਡਵਾਂਸ ਹੋ ਚੁੱਕਿਆ। ਸੋ ਉਹਦੇ ਵਿੱਚ ਕੀ ਹੈ, ਮਨੀ ਐਂਡ ਨੀਅਰ ਮਨੀ ਦੇ ਵਿੱਚ ਆਪਾਂ ਨੂੰ ਡਿਫਰੈਂਸ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਦੇਖਦੇ ਹਾਂ ਆਪਾਂ, ਪਹਿਲਾ ਪੁਆਇੰਟ ਕੀ ਹੈ ਇਹਦੇ ਡਿਫਰੈਂਸ ਦਾ। ਮਨੀ ਰੈਫਰਸ ਟੂ ਦਾ ਮਨੀ ਐਕਚੁਅਲੀ ਇਨ ਸਰਕੂਲੇਸ਼ਨ। ਕਹਿੰਦੇ ਮਨੀ ਕਿਹਨੂੰ ਰੈਫਰ ਕਰਦੀ ਹੈ? ਕਹਿੰਦੇ ਮਨੀ ਉਹ ਆ ਜੋ ਸਰਕੂਲੇਸ਼ਨ 'ਚ ਆ, ਮਤਲਬ ਜੋ ਆਪਣੀ ਇਕੋਨਮੀ ਦੇ ਵਿੱਚ ਜਿੰਨਾ ਵੀ ਪੈਸਾ ਘੁੰਮ ਰਿਹਾ, ਠੀਕ ਹੈ, ਚਾਹੇ ਉਹ ਨੋਟਸ ਦੇ ਰੂਪ ਵਿੱਚ ਹੋਵੇ, ਚਾਹੇ ਉਹ ਪੇਪਰ ਕਰੰਸੀ ਹੋਵੇ, ਚਾਹੇ ਉਹ ਕੋਇਨਸ ਹੋਣ, ਠੀਕ ਹੈ, ਜਾਂ ਫਿਰ ਡਿਮਾਂਡ ਡਿਪੋਜ਼ਿਟਸ। ਠੀਕ ਹੈ, ਇਹ ਕੀ ਆ, ਸਾਰੇ ਕੀ ਆ, ਮਨੀ ਨੂੰ ਰੈਫਰ ਕਰਦੇ ਆ। ਇਹਨਾਂ ਨੂੰ ਆਪਾਂ ਮਨੀ ਦੀਆਂ ਫਾਰਮਸ ਬੋਲਦੇ ਹਾਂ। ਠੀਕ ਹੈ, ਜਿਵੇਂ ਨੋਟਸ ਆ, ਕੋਇਨਸ ਆ, ਇਹਨਾਂ ਸਾਰਿਆਂ ਨੂੰ ਕੀ ਬੋਲਦੇ ਆ? ਮਨੀ। ਬਟ ਨੀਅਰ ਮਨੀ ਕੀ ਹੈ? ਕਹਿੰਦੇ ਨੀਅਰ ਮਨੀ ਇਜ਼ ਦੈਟ ਮਨੀ ਵਿਚ ਇਨਕਲੂਡਸ ਚੈਕਸ, ਬਿੱਲ ਆਫ ਐਕਸਚੇਂਜ, FD, ਬੀਮਾ ਯੋਜਨਾ, ਜਿਵੇਂ ਕਿ ਇੰਸ਼ੋਰੈਂਸ ਬੋਲ ਦਿੰਦੇ ਆ। ਠੀਕ ਹੈ, ਇਹਨਾਂ ਨੂੰ ਨੀਅਰ ਮਨੀ ਬੋਲਿਆ ਜਾਂਦਾ। ਦੇਖੋ ਮਨੀ ਕੀ ਆ, ਆਪਾਂ ਨੂੰ ਪਤਾ ਮਨੀ ਆਪਣੇ ਨੋਟਸ ਹੁੰਦੇ ਆ, ਕੋਇਨਸ ਹੁੰਦੇ ਆ, ਠੀਕ ਹੈ, ਡਿਮਾਂਡ ਡਿਪੋਜ਼ਿਟਸ ਹੁੰਦੇ ਆ। ਇਸ ਤੋਂ ਬਿਨਾਂ ਆਪਾਂ ਬੋਲਦੇ ਹਾਂ ਕਿ ਨੀਅਰ ਮਨੀ ਕੀ ਆ। ਨੀਅਰ ਮਨੀ ਕੀ ਆ? ਜਿਵੇਂ ਕੀ ਆ, ਉਹ ਮਨੀ ਦੀ ਫਾਰਮ 'ਚ ਨਹੀਂ ਹੁੰਦੇ, ਪਰ ਮਨੀ ਦੇ ਬਹੁਤ ਜ਼ਿਆਦਾ ਨੇੜੇ ਹੁੰਦੇ ਆ। ਉਹਨਾਂ ਨੂੰ ਮਨੀ ਦੇ ਵਿੱਚ ਆਪਾਂ ਜਲਦੀ ਕਨਵਰਟ ਕਰ ਸਕਦੇ ਹਾਂ, ਜਿਵੇਂ ਚੈੱਕ ਹੋ ਗਏ, ਠੀਕ ਹੈ, ਬਿੱਲ ਆਫ ਐਕਸਚੇਂਜ ਹੋ ਗਏ, FD ਹੋ ਗਏ, ਠੀਕ ਹੈ, ਜਿਹਨੂੰ ਫਿਕਸਡ ਡਿਪੋਜ਼ਿਟ ਬੋਲਿਆ ਜਾਂਦਾ, ਜਾਂ ਟਰਮ ਡਿਪੋਜ਼ਿਟ ਵੀ ਹੁੰਦੀ ਆ, ਉਹ ਵੀ ਕੀ ਹੈ, ਨੀਅਰ ਮਨੀ ਆ। ਠੀਕ ਹੈ, ਬਿੱਲ ਆਫ ਐਕਸਚੇਂਜ ਵਿੱਚ ਕੀ ਹੁੰਦਾ ਕਿ ਆਪਾਂ ਕਿਸੇ ਤੋਂ ਕੀ ਆ 1 ਲੱਖ ਰੁਪਇਆ ਲਿਆ, ਠੀਕ ਹੈ, ਉਹ ਕੀ ਆ, ਬਿੱਲ ਆਫ ਐਕਸਚੇਂਜ 'ਚ ਲਿਖ ਦਿੱਤਾ ਜਾਂਦਾ ਕਿ 90 ਦਿਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਵਿਦ ਰੇਟ ਆਫ ਇੰਟਰਸਟ ਦੇ ਵਿੱਚ ਵਾਪਿਸ ਕਰਨਾ। ਠੀਕ ਹੈ, ਉਹ ਵੀ ਕੀ ਆ, ਨੀਅਰ ਮਨੀ ਦੀ ਇੱਕ ਫਾਰਮ ਆ। ਇਸ ਤੋਂ ਅੱਗੇ ਸੈਕਿੰਡ ਪੁਆਇੰਟ ਕੀ ਆ? ਦੇਖੋ ਮਨੀ ਇਜ਼ ਪਰਫੈਕਟਲੀ ਲਿਕੁਇਡ। ਠੀਕ ਹੈ, ਲਿਕੁਇਡ ਦਾ ਮਤਲਬ ਹੁੰਦਾ ਹੈ ਪੂਰੀ ਤਰ੍ਹਾਂ ਤਰਲ ਰੂਪ ਵਿੱਚ ਹੁੰਦੀ ਹੈ। ਮਤਲਬ ਜਦੋਂ ਆਪਾਂ ਕੀ ਆ ਕੋਈ ਚੀਜ਼ ਖਰੀਦੀ ਤਾਂ ਫਟਾਫਟ ਕੀ ਆਪਾਂ ਇਹਨੂੰ ਕਿਸੇ ਚੀਜ਼ ਦੀ ਪੇਮੈਂਟ ਕਰ ਸਕਦੇ ਹਾਂ ਮਨੀ ਦੀ ਫਾਰਮ ਦੇ ਵਿੱਚ। ਠੀਕ ਹੈ, ਕੋਇਨਸ ਦੇ ਰੂਪ ਵਿੱਚ, ਨੋਟਸ ਦੇ ਰੂਪ ਵਿੱਚ। ਕਹਿੰਦੇ ਐਂਡ ਕੈਨ ਬੀ ਯੂਜ਼ਡ ਆਫ ਬਾਈ ਦਾ ਹੋਲਡਰ। ਕਹਿੰਦੇ ਤੁਰੰਤ ਹੀ ਹੋਲਡਰ ਜਿਹਦੇ ਕੋਲ ਮਨੀ ਹੁੰਦੀ ਹੈ ਇਹਨੂੰ ਯੂਜ਼ ਕਰ ਸਕਦਾ ਐਟ ਐਨੀ ਟਾਈਮ। ਕਹਿੰਦੇ ਕਿਸੇ ਵੀ ਟਾਈਮ ਇਨ ਦਾ ਵੇਰੀਅਸ ਟ੍ਰਾਂਜੈਕਸ਼ਨਸ। ਕਹਿੰਦੇ ਬਹੁਤ ਸਾਰੀਆਂ ਟ੍ਰਾਂਜੈਕਸ਼ਨਸ ਲੋਕ ਕਰਦੇ ਆ। ਠੀਕ ਹੈ, ਮਨੀ ਦੀ ਜਿਹੜੀ ਫਾਰਮ ਆ ਉਹ ਪਰਫੈਕਟਲੀ ਲਿਕੁਇਡ ਹੁੰਦੀ ਹੈ। ਤਾਂ ਕਰਕੇ ਕੀ ਆ, ਜਿਵੇਂ ਵੀ ਆਪਾਂ ਕੋਈ ਬੁੱਕ ਖਰੀਦੀਏ, ਕੋਈ ਕਾਪੀ ਖਰੀਦੀਏ, ਪੈਨ ਖਰੀਦਿਆ, ਉਹਦੀ ਤੁਰੰਤ ਕੀ ਆ, ਆਪਾਂ ਉਹਦੀ ਪੇਮੈਂਟ ਕਰ ਸਕਦੇ ਹਾਂ। ਠੀਕ ਹੈ, ਕਿਉਂਕਿ ਇਹ ਲਿਕੁਇਡ ਫਾਰਮ ਦੇ ਵਿੱਚ ਹੁੰਦੀ ਹੈ। ਪਰ ਕਹਿੰਦੇ ਜਿਹੜੀ ਨੀਅਰ ਮਨੀ ਹੈ, ਨੀਅਰ ਮਨੀ ਇਜ਼ ਐਨ ਇਨਡਾਇਰੈਕਟ ਮੀਡੀਅਮ ਆਫ ਐਕਸਚੇਂਜ, ਇਟ ਇਜ਼ ਨੋਟ ਐਜ਼ ਲਿਕੁਇਡ। ਕਹਿੰਦੇ ਲਿਕੁਇਡ ਫਾਰਮ ਦੇ ਵਿੱਚ ਨਹੀਂ ਹੁੰਦੀ, ਆਪਾਂ ਨੂੰ ਵੀ ਪਤਾ ਇਹ ਮਨੀ ਦੇ ਨੇੜੇ ਹੁੰਦੀ ਹੈ। ਪਹਿਲਾਂ ਆਪਾਂ ਨੂੰ ਇਹਨੂੰ ਮਨੀ ਦੇ ਵਿੱਚ ਕਨਵਰਟ ਕਰਨਾ ਪੈਂਦਾ, ਸੋ ਆਪਾਂ ਇਹਨੂੰ ਇਨਡਾਇਰੈਕਟ ਮੀਡੀਅਮ ਆਫ ਐਕਸਚੇਂਜ ਵਰਤਦੇ ਹਾਂ। ਦੇਖੋ ਆਪਾਂ ਨੂੰ ਕੀ ਕਰਨਾ ਪੈਂਦਾ, ਮਨੀ ਨੀਅਰ ਮਨੀ ਹੈਜ਼ ਟੂ ਬੀ ਫਸਟ ਕਨਵਰਟਡ ਇਨਟੂ ਦ ਮਨੀ ਐਂਡ ਦੈਨ ਯੂਜ਼ਡ ਫॉर ਵੇਰੀਅਸ ਟ੍ਰਾਂਜੈਕਸ਼ਨਸ। ਕਹਿੰਦੇ ਆਪਾਂ ਮਨੀ ਨੂੰ ਕੀ ਕਰ ਸਕਦੇ ਹਾਂ, ਆਪਾਂ ਤੁਰੰਤ ਹੀ ਕੀ ਆ ਪੇ ਕਰ ਸਕਦੇ ਹਾਂ, ਪਰ ਨੀਅਰ ਮਨੀ ਨੂੰ ਫਸਟਲੀ ਆਪਾਂ ਨੂੰ ਕੀ ਕਰਨਾ ਪੈਂਦਾ, ਜਿਵੇਂ ਚੈੱਕਸ ਆ, ਠੀਕ ਹੈ, ਚੈੱਕ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ, ਆਪਾਂ ਪਹਿਲਾਂ ਉਹਨਾਂ ਨੂੰ ਰੁਪੀਜ਼ ਵਿੱਚ ਕਨਵਰਟ ਕਰਾਂਗੇ, ਦੈਨ ਟ੍ਰਾਂਜੈਕਸ਼ਨਸ ਕਰਾਂਗੇ। ਸੋ ਆਪਾਂ ਨੂੰ ਕੀ ਹੈ, ਨੀਅਰ ਮਨੀ ਨੂੰ ਪਹਿਲਾਂ ਫਸਟਲੀ ਕੀ ਕਰਨਾ ਪਊਗਾ, ਮਨੀ ਦੇ ਵਿੱਚ ਕਨਵਰਟ ਕਰਨਾ ਪਊਗਾ। ਠੀਕ ਹੈ, ਅੱਗੇ ਦੇਖੋ ਇਹਦਾ ਥਰਡ ਪੁਆਇੰਟ ਕੀ ਆ, ਮਨੀ ਡਜ਼ ਨਾਟ ਅਰਨ ਐਨੀਥਿੰਗ ਆਫ ਇਟਸ ਓਨ। ਕਹਿੰਦੇ ਮਨੀ ਆਪਦੀ ਆਪ ਕੀ ਆ, ਕੁਝ ਵੀ ਅਰਨ ਨਹੀਂ ਕਰਦੀ। ਜਿਵੇਂ ਕਿ ਆਪਾਂ ਕੀ ਹੈ, ਪੈਸੇ ਗੋਲਕ ਦੇ ਵਿੱਚ ਪਾ ਕੇ ਰੱਖ ਦਿੰਦੇ ਹਾਂ, ਜਾਂ ਪੈਸੇ ਆਪਣੇ ਕੋਲ ਘਰ ਵੈਸੇ ਹੀ ਪਏ ਆ, ਠੀਕ ਹੈ, ਉਹ ਕੀ ਆ, ਆਪਾਂ ਪੈਸੇ ਜੋ ਵੀ ਪੈਸੇ ਪਾਸੇ ਕੱਢ ਕੇ ਰੱਖਦੇ, 5 ਸਾਲ ਨਿਕਲ ਗਏ, 10 ਸਾਲ ਨਿਕਲ ਗਏ, ਸਾਲ ਨਿਕਲ ਗਿਆ, ਉਹ ਓਨੇ ਹੀ ਰਹਿਣਗੇ, ਉਹ ਵਧਣਗੇ ਨਹੀਂ। ਫੋਰ ਐਗਜ਼ਾਮਪਲ ਦੇਖੋ, ਮਿਸਟਰ ਡੇਵਿਡ ਕੀਪਸ $500 in his safe, and after 5 years or so it will remain as such $500। ਠੀਕ ਹੈ, ਕੀ ਕਹਿੰਦੇ ਆ, ਮਿਸਟਰ ਡੇਵਿਡ ਆ, ਉਹੀ ਐਗਜ਼ਾਮਪਲ ਫੇਰ ਲਈ ਗਈ ਆ ਕਿ ਉਹਦੇ ਕੋਲ ਮੰਨ ਲਓ $500 ਆ, ਠੀਕ ਹੈ, 5 ਸਾਲਾਂ ਬਾਅਦ ਉਹ ਕੀ ਆ, ਉਸੇ ਕੀ ਆ, ਜਿਹੜਾ $500 ਆ, ਠੀਕ ਹੈ, ਉਹਨੂੰ ਸੇਫ ਦੇ ਵਿੱਚ ਰੱਖ ਦਿੰਦਾ ਆਪਣੇ ਘਰ ਦੇ ਵਿੱਚ। ਠੀਕ ਹੈ, ਤਾਂ ਕੀ ਆ, 5 ਸਾਲਾਂ ਬਾਅਦ ਦੇਖਦਾ ਕੀ ਆ, ਉਹ $500 ਹੀ ਰਹਿੰਦਾ, ਉਹਦੇ ਨਾਲ ਕੋਈ ਵੀ ਇਨਕਰੀਜ਼ ਨਹੀਂ ਹੁੰਦੀ ਮਨੀ। ਆਪਾਂ ਨੂੰ ਵੀ ਪਤਾ ਜੇ ਆਪਾਂ ਮਨੀ ਰੱਖ ਦਾਂਗੇ ਤਾਂ ਕੀ ਹੋਊਗਾ, ਮਨੀ
ਵਧੂਗੀ ਨਹੀਂ, ਠੀਕ ਹੈ। ਬਟ ਔਨ ਦਾ ਅਦਰ ਹੈਂਡ ਨੀਅਰ ਮਨੀ ਹੈਜ਼ ਇਨਕਮ ਅਰਨਿੰਗ ਫੀਚਰ, ਕਹਿੰਦੇ ਪਰ ਜਿਹੜੀ ਨੀਅਰ ਮਨੀ ਆ ਉਹਦੇ ਕੀ ਫੀਚਰ ਆ, ਉਹਦੀ ਕੀ ਵਿਸ਼ੇਸ਼ਤਾ, ਉਹਦੇ ਨਾਲ ਆਪਾਂ ਅੱਗੇ ਇਨਕਮ ਅਰਨ ਕਰ ਸਕਦੇ ਹਾਂ। ਜਿਵੇਂ ਕਿ ਆਪਾਂ ਕਿਹਾ ਸੀ ਕਿ FD ਕੀ ਆ, ਫਿਕਸਡ ਡਿਪੋਜ਼ਿਟ ਆ, ਉਹ ਕੀ ਆ, ਨੀਅਰ ਮਨੀ ਦੀ ਐਗਜ਼ਾਮਪਲ ਆ। ਸੋ ਆਪਾਂ ਕਹਿ ਸਕਦੇ ਹਾਂ ਕਿ ਫਿਕਸਡ ਡਿਪੋਜ਼ਿਟ ਜਦੋਂ ਆਪਾਂ ਕਰਵਾ ਦਿੰਦੇ ਹਾਂ ਪੈਸੇ, ਤਾਂ ਉਹਦੇ ਤੇ ਕੀ ਆ, ਰੇਟ ਆਫ ਇੰਟਰਸਟ ਬਣ ਜਾਂਦਾ, ਠੀਕ ਹੈ। ਮਤਲਬ ਉਹ ਰੇਟ ਆਫ ਇੰਟਰਸਟ ਆਪਣੀ ਇਨਕਮ ਆ। ਸੋ ਉਹਦੇ ਨਾਲ ਕੀ ਆ, ਇਨਕਮ ਅਰਨ ਹੋ ਜਾਂਦੀ ਆ ਆਪਾਂ ਨੂੰ। ਸੋ ਇਹੀ ਕੀ ਆ, ਨੀਅਰ ਮਨੀ ਤੇ ਮਨੀ ਦੇ ਵਿੱਚ ਡਿਫਰੈਂਸ। ਐਂਡ ਮਨੀ ਡਜ਼ ਨਾਟ ਹੈਵ ਇਨਕਮ ਅਰਨਿੰਗ ਫੀਚਰ, ਪਰ ਕਹਿੰਦੇ ਮਨੀ ਕੋਲ ਇਹ ਵਾਲਾ ਫੀਚਰ ਨਹੀਂ ਹੁੰਦਾ ਇਨਕਮ ਅਰਨ ਕਰਨ ਦਾ। ਉਹ ਜਿੱਦਾਂ ਆਪਾਂ ਰੱਖ ਦਿੰਦੇ ਹਾਂ ਉਦਾਂ ਹੀ ਪਏ ਰਹਿੰਦੇ ਆ। ਕਲੀਅਰ। ਇਸ ਤੋਂ ਅੱਗੇ ਆਪਾਂ ਡਿਫਰੈਂਸ ਕੰਪਲੀਟ ਕਰਨ ਤੋਂ ਬਾਅਦ ਆਪਾਂ ਕਰਦੇ ਹਾਂ ਸਪਲਾਈ ਆਫ ਮਨੀ, ਜਿਹਨੂੰ ਕਿ ਮੁਦਰਾ ਦੀ ਪੂਰਤੀ ਬੋਲਿਆ ਜਾਂਦਾ। ਇਹਦੇ ਵਿੱਚ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ, ਠੀਕ ਹੈ। ਮੀਨਸ ਕਿ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈਗਾ। ਇਹਦੇ ਵਿੱਚ ਕੀ ਆ, ਮਨੀ ਸਪਲਾਈ ਦਾ ਕੀ ਆ ਪਰਿਭਾਸ਼ਾ, ਮਤਲਬ ਉਹਦੀ ਮੀਨਿੰਗ ਜਾਂ ਡੈਫੀਨੇਸ਼ਨ ਪੁੱਛੀ ਜਾ ਸਕਦੀ ਹੈ। ਕਲੀਅਰ। ਦੇਖੋ ਹੁਣ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਕਿ ਮੁਦਰਾ ਦੀ ਪੂਰਤੀ ਕੀ ਹੁੰਦਾ, ਸਪਲਾਈ ਆਫ ਮਨੀ ਕੀ ਹੁੰਦੀ ਹੈ। ਦੇਖੋ ਕਹਿੰਦੇ ਸਪਲਾਈ ਆਫ ਮਨੀ ਰੈਫਰਸ ਟੂ ਦਾ ਟੋਟਲ ਮਨੀ ਹੈਲਡ ਬਾਈ ਦਾ ਪਬਲਿਕ ਐਟ ਦਾ ਪਰਟੀਕੂਲਰ ਪੁਆਇੰਟ ਆਫ ਟਾਈਮ। ਕਹਿੰਦੇ ਮਨੀ ਸਪਲਾਈ ਕਿਹਨੂੰ ਰੈਫਰ ਕਰਦੀ ਹੈ, ਕਹਿੰਦੇ ਇਹ ਟੋਟਲ ਮਨੀ ਹੁੰਦੀ ਹੈ, ਕੁੱਲ ਪੈਸਾ ਹੁੰਦਾ ਹੈਲਡ ਬਾਈ ਦਾ ਪਬਲਿਕ। ਕਹਿੰਦੇ ਆਪਣੀ ਇਕੋਨਮੀ ਦੇ ਵਿੱਚ ਆਪਣੇ ਲੋਕਾਂ ਦੇ ਕੋਲ ਕਿੰਨਾ ਪੈਸਾ, ਠੀਕ ਹੈ। ਪਬਲਿਕ ਮਤਲਬ ਆਪਣੇ ਸਾਰੀ ਇਕੋਨਮੀ ਦੇ ਲੋਕਾਂ ਦੇ ਕੋਲ ਕਿੰਨਾ ਪੈਸਾ, ਠੀਕ ਹੈ। ਉਹਨੂੰ ਕੀ ਬੋਲਦੇ ਆ, ਸਪਲਾਈ ਆਫ ਮਨੀ ਬੋਲਦੇ ਆ। ਐਟ ਆ ਪਰਟੀਕੂਲਰ ਪੁਆਇੰਟ ਆਫ ਟਾਈਮ, ਕਹਿੰਦੇ ਮੰਨ ਲਓ ਫੋਰ ਐਗਜ਼ਾਮਪਲ 1 ਜਨਵਰੀ 2020 ਦੇ ਵਿੱਚ ਆਪਾਂ ਜੇ ਮਾਪਦੇ ਹਾਂ ਕਿ ਆਪਣੇ ਸਾਰੀ ਇਕੋਨਮੀ ਦੇ ਵਿੱਚ ਸਾਰੇ ਲੋਕਾਂ ਦੇ ਕੋਲ ਕਿੰਨਾ ਪੈਸਾ ਸੀ, ਕੋਲ ਕਿੰਨੀ ਟੋਟਲ ਮਨੀ ਸੀ, ਉਹਨੂੰ ਮਨੀ ਸਪਲਾਈ ਬੋਲਦੇ ਆ, ਮੁਦਰਾ ਦੀ ਪੂਰਤੀ ਬੋਲਦੇ ਆ, ਠੀਕ ਹੈ। ਕਹਿੰਦੇ ਦਾ ਟਰਮ ਪਬਲਿਕ ਮੀਨਸ ਇੰਡੀਵਿਜੂਅਲਸ ਐਂਡ ਬਿਜ਼ਨਸ ਫਰਮਸ ਆਫ ਦਾ ਕੰਟਰੀ ਐਕਸਕਲੂਡਿੰਗ ਦਾ ਪ੍ਰੋਡਿਊਸਰਸ ਆਫ ਮਨੀ। ਇੱਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜੇ ਇੱਥੇ ਪਬਲਿਕ ਵਰਡ ਲਿਖਿਆ ਹੋਇਆ, ਪਬਲਿਕ ਵਰਡ ਦਾ ਮਤਲਬ ਹੁੰਦਾ ਉਹਦੇ ਵਿੱਚ ਇੰਡੀਵਿਜੂਅਲਸ ਨੂੰ ਲਿਆ ਗਿਆ ਤੇ ਬਿਜ਼ਨਸ ਫਰਮਸ ਨੂੰ ਲਿਆ ਗਿਆ। ਪਰ ਕਹਿੰਦੇ ਬਿਜ਼ਨਸ ਫਰਮ ਦੇ ਵਿੱਚ ਵੀ ਜੋ ਲੋਕ ਕੰਮ ਕਰਦੇ ਆ ਉਹਨਾਂ ਨੂੰ ਵੀ ਲਿਆ ਗਿਆ, ਉਹਨਾਂ ਕੋਲ ਜੋ ਪੈਸਾ, ਤੇ ਇੰਡੀਵਿਜੂਅਲ ਆਪਣੇ ਜਿਹੜੇ ਘਰੇਲੂ ਆਪਾਂ ਲੋਕ ਆ, ਠੀਕ ਆ, ਉਹਨਾਂ ਕੋਲ ਕਿੰਨਾ ਪੈਸਾ, ਉਹਨਾਂ ਨੂੰ ਹੀ ਕੀ ਮਨੀ ਸਪਲਾਈ ਦੇ ਵਿੱਚ ਇਨਕਲੂਡ ਕੀਤਾ ਜਾਂਦਾ। ਪਰ ਕਹਿੰਦੇ ਮਨੀ ਸਪਲਾਈ ਜਦੋਂ ਕੈਲਕੂਲੇਟ ਹੁੰਦੀ ਆ ਉਹਦੇ ਵਿੱਚ ਐਕਸਕਲੂਡ ਕਿਹਨੂੰ ਬਾਹਰ ਰੱਖਿਆ ਜਾਂਦਾ, ਦਾ ਪ੍ਰੋਡਿਊਸਰਸ ਆਫ ਮਨੀ, ਜਿਹੜੇ ਮਨੀ ਨੂੰ ਪ੍ਰੋਡਿਊਸ ਕਰਦੇ ਆ। ਦੇਖੋ ਕਹਿੰਦੇ ਹੁਣ ਪ੍ਰੋਡਿਊਸਰ ਆਫ ਮਨੀ ਕੀ ਹੁੰਦੇ ਆ, ਜੋ ਮਨੀ ਨੂੰ ਬਣਾਉਂਦੇ ਆ। ਆਪਾਂ ਨੂੰ ਪਤਾ ਗਵਰਨਮੈਂਟ ਦੁਆਰਾ, ਸੈਂਟਰਲ ਬੈਂਕ ਦੁਆਰਾ ਤੇ ਕਮਰਸ਼ੀਅਲ ਬੈਂਕ ਦੁਆਰਾ ਕੀ ਹੈ, ਮਨੀ ਨੂੰ ਬਣਾਇਆ ਜਾਂਦਾ। ਸੋ ਇਹਨਾਂ ਕੋਲ ਜੋ ਵੀ ਪੈਸਾ ਹੁੰਦਾ, ਟੋਟਲ ਮਨੀ ਹੁੰਦੀ ਆ, ਉਹਨਾਂ ਨੂੰ ਮਨੀ ਸਪਲਾਈ ਦੇ ਵਿੱਚ ਇਨਕਲੂਡ ਨਹੀਂ ਕੀਤਾ ਜਾਂਦਾ। ਧਿਆਨ ਨਾਲ ਦੇਖੋ ਕਿ ਪ੍ਰੋਡਿਊਸਰ ਆਫ ਮਨੀ ਨੂੰ ਇਹਦੇ ਵਿੱਚੋਂ ਐਕਸਕਲੂਡ ਕੀਤਾ ਜਾਂਦਾ, ਠੀਕ ਹੈ। ਇਨਕਲੂਡ ਕਿਹਨੂੰ ਕੀਤਾ ਜਾਂਦਾ, ਆਪਾਂ ਲੋਕ ਹੋ ਗਏ, ਇੰਡੀਵਿਜੂਅਲਸ, ਬਿਜ਼ਨਸ ਫਰਮਸ ਹੋ ਗਈਆਂ, ਠੀਕ ਹੈ, ਪ੍ਰੋਡਿਊਸਰਸ ਹੋ ਗਏ ਜੋ ਵਸਤੂਆਂ ਤੇ ਸੇਵਾਵਾਂ ਬਣਾਉਂਦੇ ਆ। ਪਰ ਜੋ ਕੀ ਆ ਮਨੀ ਦੇ ਪ੍ਰੋਡਿਊਸਰ ਆ, ਉਹਨਾਂ ਨੂੰ ਇਹਦੇ ਵਿੱਚ ਨਹੀਂ ਲਿਆ ਜਾਂਦਾ। ਹੁਣ ਇਸ ਤੋਂ ਅਗਲਾ ਪੁਆਇੰਟ ਆ ਕਿ ਕਦੋਂ ਆਪਾਂ ਬੋਲਦੇ ਹਾਂ ਕਿ ਮਨੀ ਸਪਲਾਈ ਇੱਕ ਸਟਾਕ ਕਨਸੈਪਟ ਆ ਤੇ ਕਦੋਂ ਆਪਾਂ ਬੋਲਦੇ ਹਾਂ ਕਿ ਮਨੀ ਸਪਲਾਈ ਇੱਕ ਫਲੋ ਕਨਸੈਪਟ ਆ। ਧਿਆਨ ਨਾਲ ਦੇਖੋ, ਕਹਿੰਦੇ ਸਿੰਸ ਦਾ ਮਨੀ ਆਫ ਸਪਲਾਈ ਆਫ ਮਨੀ ਇਜ਼ ਮੈਜ਼ਰਡ ਐਟ ਆ ਪਰਟੀਕੂਲਰ ਪੁਆਇੰਟ ਆਫ ਟਾਈਮ। ਕਹਿੰਦੇ ਜਦੋਂ ਮਨੀ ਨੂੰ ਇੱਕ ਪਰਟੀਕੂਲਰ ਪੁਆਇੰਟ ਆਫ ਟਾਈਮ ਤੇ ਮਾਪਿਆ ਜਾਂਦਾ ਤਾਂ ਇਹ ਕੀ ਆ, ਸਟਾਕ ਆ। ਜਦੋਂ ਆਪਾਂ ਇਕੋਨਮੀ ਵਿੱਚ ਬੋਲ ਦਿੰਦੇ ਆ ਕਿ ਇੱਕ ਨਿਸ਼ਚਿਤ ਸਮੇਂ ਦੇ ਵਿੱਚ, ਠੀਕ ਹੈ, ਮਤਲਬ ਕਿ ਇੰਨੀ ਤਰੀਕ ਨੂੰ ਕੀ ਆ, ਇੰਨੀ ਆਪਣੀ ਟੋਟਲ ਆਪਣੀ ਇਕੋਨਮੀ ਦੇ ਵਿੱਚ ਸਪਲਾਈ ਆਫ ਮਨੀ ਸੀ, ਤਾਂ ਉਹਨੂੰ ਸਟਾਕ ਕਨਸੈਪਟ ਬੋਲਦੇ ਆ, ਠੀਕ ਹੈ। ਬਟ ਹੇਅਰ ਇਟ ਸ਼ੁੱਡ ਬੀ ਨੋਟਡ ਦੈਟ ਵੈਨ ਮਨੀ ਇਜ਼ ਸਪੈਂਡ ਸੈਵਰਲ ਟਾਈਮਸ ਡਿਊਰਿੰਗ ਆ ਪੀਰੀਅਡ ਆਫ ਟਾਈਮ ਦੈਨ ਮਨੀ ਸਪਲਾਈਜ਼ ਫਲੋ ਕਨਸੈਪਟ। ਕਲੀਅਰ। ਦੇਖੇ ਇਹ ਕੀ ਕਹਿੰਦੇ ਆ ਕਿ ਜਦੋਂ ਆਪਾਂ ਮਨੀ ਨੂੰ ਪੀਰੀਅਡ ਆਫ ਟਾਈਮ ਤੇ ਮਾਪਦੇ ਹਾਂ, ਮਤਲਬ 1 ਸਾਲ, 1 ਮੰਥ, ਠੀਕ ਹੈ, 1 ਸਾਲ ਹੋ ਗਿਆ, 1 ਮੰਥ ਹੋ ਗਿਆ, 6 ਮਹੀਨੇ ਹੋ ਗਏ, ਠੀਕ ਹੈ, ਜਾਂ ਕੁਛ ਵੀ ਆ, ਇਹ ਕੀ ਆ, ਪੀਰੀਅਡ ਆਫ ਟਾਈਮ ਆ। ਤੇ ਉਹ ਵੱਖ-ਵੱਖ ਟਾਈਮ ਦੇ ਵਿੱਚ ਮਨੀ ਨੂੰ ਕਿੰਨੇ ਵਾਰੀ ਕੀ ਆ ਸਪੈਂਡ ਕੀਤਾ ਗਿਆ, ਕਿੰਨੇ ਵਾਰੀ ਖਰਚ ਕੀਤਾ ਗਿਆ, ਠੀਕ ਹੈ, ਉਹਨੂੰ ਆਪਾਂ ਉਦੋਂ ਬੋਲਦੇ ਹਾਂ ਕਿ ਮਨੀ ਦਾ ਇਹ ਕੀ ਆ, ਫਲੋ ਕਨਸੈਪਟ ਆ, ਠੀਕ ਹੈ। ਤੁਸੀਂ ਧਿਆਨ ਦੇਣਾ ਕਿ ਪੁਆਇੰਟ ਆਫ ਟਾਈਮ ਲਿਖਿਆ ਹੋਇਆ ਕਿ ਪੀਰੀਅਡ ਆਫ ਟਾਈਮ। ਜਦੋਂ ਪੁਆਇੰਟ ਆਫ ਟਾਈਮ ਆ ਤਾਂ ਇਹ ਸਟਾਕ ਕਨਸੈਪਟ ਹੈ, ਜਦੋਂ ਪੀਰੀਅਡ ਆਫ ਟਾਈਮ ਆ ਤਾਂ ਇਹ ਕੀ ਆ, ਫਲੋ ਕਨਸੈਪਟ ਆ। ਓਕੇ। ਇਸ ਤੋਂ ਅੱਗੇ ਪ੍ਰੋਫੈਸਰ ਇਰਵਿੰਗ ਫਿਸ਼ਰ ਨੇ 1911 ਦੇ ਵਿੱਚ ਇੱਕ ਕੁਐਸਚਨ ਦਿੱਤੀ ਸੀ,
ਮਨੀ ਸਪਲਾਈ ਦੇ ਕਨਸੈਪਟ ਵਿੱਚ, ਠੀਕ ਹੈ। ਬਹੁਤ ਹੀ ਜ਼ਿਆਦਾ ਫੇਮਸ ਪ੍ਰੋਫੈਸਰ ਸੀ, ਪ੍ਰੋਫੈਸਰ ਫਿਸ਼ਰ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ। ਉਹਨਾਂ ਦੀ ਕੁਐਸਚਨ ਦੇ ਅਕੋਰਡਿੰਗ ਕਿ ਮਨੀ ਸਪਲਾਈ ਕੀ ਆ, ਕਹਿੰਦੇ MV ਇਜ਼ ਇਕੁਅਲ ਟੂ PT, ਠੀਕ ਹੈ। ਇਹਦੇ ਵਿੱਚ ਕੀ ਆ, M ਐਂਡ V ਦੋਨੋਂ ਮਿਲਾ ਕੇ ਸਪਲਾਈ ਆਫ ਮਨੀ ਨੂੰ ਸ਼ੋ ਕਰਦੇ ਆ। PT ਮਤਲਬ ਡਿਮਾਂਡ ਫॉर ਮਨੀ ਨੂੰ ਸ਼ੋ ਕਰਦੇ ਆ, ਠੀਕ ਹੈ। ਦੇਖੋ ਇਹ ਕੁਐਸਚਨ ਦੇ ਵਿੱਚ ਕੀ ਲਿਖਿਆ ਹੋਇਆ, ਕਹਿੰਦੇ ਇੱਥੇ ਜਿਹੜੀ M ਆ ਉਹ ਕੀ ਆ, ਮਨੀ ਇਨ ਦਾ ਸਰਕੂਲੇਸ਼ਨ, ਜੋ ਵੀ ਸਾਰੀ ਇਕੋਨਮੀ ਦੇ ਵਿੱਚ ਮਨੀ ਆ, ਜਿੰਨਾ ਵੀ ਪੈਸਾ। velocity of V stands for velocity of money in circulation, ਮਤਲਬ velocity ਦਾ ਮਤਲਬ ਹੁੰਦਾ ਕਿ ਕੋਈ ਵੀ 10 ਰੁਪਏ ਆ ਉਹਨੂੰ ਕਿੰਨੇ ਵਾਰੀ ਯੂਜ਼ ਕੀਤਾ ਗਿਆ। ਜਿਵੇਂ ਕੋਈ ਵੀ ਵਿਅਕਤੀ ਆ A, ਠੀਕ ਹੈ, ਉਹਨੇ B ਵਿਅਕਤੀ ਤੋਂ ਕੀ ਹੈ 10 ਰੁਪਏ ਦੀ ਚੀਜ਼ ਖਰੀਦੀ। ਹੁਣ ਪੈਸੇ ਉਹ 10 ਰੁਪਏ ਕਿਹਦੇ ਕੋਲ ਚਲੇ ਗਏ, B ਕੋਲ, ਠੀਕ ਹੈ। B ਨੇ C ਤੋਂ ਕੋਈ ਚੀਜ਼ ਖਰੀਦੀ, ਹੁਣ ਉਹ ਪੈਸੇ ਕਿਹਦੇ ਕੋਲ ਚਲੇ ਗਏ, C ਕੋਲ। C ਨੇ ਫਿਰ ਕੀ ਹੈ ਅੱਗੇ D ਵਿਅਕਤੀ ਤੋਂ ਕੀ ਹੈ 10 ਰੁਪਏ ਦੀ ਚੀਜ਼ ਖਰੀਦੀ, ਠੀਕ ਹੈ। ਹੁਣ ਇਹੀ 10 ਰੁਪਏ ਕਿੰਨੀ ਵਾਰੀ ਘੁੰਮੇ ਆਪਣੀ ਇਕੋਨਮੀ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਕਿ 3 ਵਾਰੀ ਘੁੰਮੇ, ਠੀਕ ਹੈ। ਸੋ ਇਹ ਕੀ ਆ, ਜੋ 3 ਹੈ 3 ਟਾਈਮਸ ਇਹਨੂੰ ਵਰਤਿਆ ਗਿਆ, ਠੀਕ ਹੈ, ਉਹ ਕੀ ਹੈ ਵੈਲੋਸਿਟੀ ਆਫ ਮਨੀ, ਠੀਕ ਹੈ। ਮਨੀ ਸਪਲਾਈ ਦੇ ਵਿੱਚ ਕੀ ਆ ਜਾਊਗਾ, ਮਨੀ ਜਿੰਨੀ ਵੀ ਮਨੀ ਆਪਣੀ ਇਕੋਨਮੀ ਦੇ ਵਿੱਚ ਘੁੰਮ ਰਹੀ ਆ, ਠੀਕ ਹੈ, ਉਹਦੀ ਵੈਲੋਸਿਟੀ ਕੀ ਆ, ਜਦੋਂ ਉਹਨਾਂ ਨੂੰ ਮਲਟੀਪਲਾਈ ਕਰ ਦਾਂਗੇ ਤਾਂ ਉਹ ਸਪਲਾਈ ਆਫ ਮਨੀ ਬਣ ਜੂ। P ਦਾ ਮਤਲਬ ਹੁੰਦਾ ਪ੍ਰਾਈਜ਼, T ਦਾ ਮਤਲਬ ਹੁੰਦਾ ਟੋਟਲ ਟ੍ਰਾਂਜੈਕਸ਼ਨਸ, ਮਤਲਬ ਕਿੰਨੇ ਪ੍ਰਾਈਜ਼ ਤੇ ਟ੍ਰਾਂਜੈਕਸ਼ਨਸ ਹੋ ਰਹੀਆਂ, ਠੀਕ ਹੈ। ਗੁਡਸ ਤੇ ਸਰਵਿਸ ਕਿੰਨੇ ਕਿਹੜੀ ਕੁਆਂਟੀਟੀ ਤੇ ਆਪਣੀ ਗੁਡਸ ਤੇ ਸਰਵਿਸ ਟ੍ਰਾਂਜੈਕਸ਼ਨ ਹੋ ਰਹੀਆਂ ਤੇ ਕਿੰਨਾ ਪ੍ਰਾਈਸ ਸੀ ਜਿਹਦੇ ਤੇ ਉਹ ਟ੍ਰਾਂਜੈਕਸ਼ਨ ਹੋ ਰਹੀ ਆ। ਸੋ ਇਹ ਕੀ ਹੈ, ਡਿਮਾਂਡ ਫॉर ਮਨੀ ਨੂੰ ਸ਼ੋ ਕਰਦੇ ਆ। ਕਲੀਅਰ। ਸੋ ਆਪਾਂ ਕੁਐਸਚਨ ਦੇ ਵਿੱਚ ਮਨੀ ਸਪਲਾਈ ਦਾ ਜੋ ਪਹਿਲਾਂ ਆਪਾਂ ਡੈਫੀਨੇਸ਼ਨ ਪੜ੍ਹੀ ਆ, ਉਸ ਤੋਂ ਬਾਅਦ ਸਿਰਫ ਆਹ ਕੁਐਸਚਨ ਯਾਦ ਕਰ ਲੈਣੀ ਆ ਤੇ ਲਿਖ ਦੇਣੀ ਆ, ਤੇ ਇਹਨੂੰ ਕਿਹਨੇ ਦਿੱਤਾ ਉਹ ਲਿਖ ਦੇਣਾ ਕਿ ਇਹ ਕੁਐਸਚਨ ਪ੍ਰੋਫੈਸਰ ਇਰਵਿੰਗ ਫਿਸ਼ਰ ਦੁਆਰਾ 1911 ਦੇ ਵਿੱਚ ਦਿੱਤੀ ਗਈ। ਕਲੀਅਰ। ਇਸ ਤੋਂ ਅੱਗੇ ਕੀ ਹੈ ਕਿ ਇੰਡੀਅਨ ਕਰੰਸੀ ਸਿਸਟਮ, ਜੋ ਭਾਰਤ ਦੇ ਵਿੱਚ ਕਰੰਸੀ ਆ, ਜੋ ਆਪਣੀ ਕਰੰਸੀ ਚੱਲ ਰਹੀ ਆ, ਉਹ ਕਿਹੜੇ ਹਿਸਾਬ ਨਾਲ ਚੱਲ ਰਹੀ ਹੈ। ਦੇਖੋ ਕਹਿੰਦੇ ਇੰਡੀਅਨ ਕਰੰਸੀ ਔਰ ਮੋਨੀਟਰੀ ਸਿਸਟਮ, ਠੀਕ ਹੈ। ਇੰਡੀਅਨ ਕਰੰਸੀ ਸਿਸਟਮ ਨੂੰ ਮੋਨੀਟਰੀ ਸਿਸਟਮ ਵੀ ਬੋਲਿਆ ਜਾਂਦਾ ਹੈ। ਇਜ਼ ਅ ਪੇਪਰ ਕਰੰਸੀ ਸਟੈਂਡਰਡ। ਆਪਾਂ ਨੂੰ ਕੀ ਆ ਪਤਾ ਵਾ ਵੀ ਜਿਹੜੀ ਇੰਡੀਆ ਦੇ ਵਿੱਚ ਕਰੰਸੀ ਚੱਲਦੀ ਹੈ ਰੁਪੀਜ਼ ਦੀ ਫਾਰਮ ਦੇ ਵਿੱਚ ਚੱਲਦੀ ਹੈ, ਠੀਕ ਹੈ, ਉਹ ਕੀ ਆ ਪੇਪਰ ਕਰੰਸੀ ਹੈ, ਠੀਕ ਹੈ। ਉਹ ਨੋਟਸ ਚੱਲਦੇ ਆ ਜੋ ਪੇਪਰ ਦੇ ਵਿੱਚ ਪੇਪਰ ਦੇ ਤਰ੍ਹਾਂ ਹੀ ਦਿਖਦੇ ਆ, ਠੀਕ ਹੈ। ਵਿਚ ਇਜ਼ ਮੈਨੇਜਡ ਬਾय ਦਾ ਰਿਜ਼ਰਵ ਬੈਂਕ ਆਫ ਇੰਡੀਆ, RBI, ਠੀਕ ਹੈ। RBI ਕੀ ਆ, ਆਪਣੇ ਇੰਡੀਆ ਦੇਸ਼ ਦਾ ਕੀ ਆ ਸੈਂਟਰਲ ਬੈਂਕ ਆ, ਠੀਕ ਹੈ, ਮੇਨ ਬੈਂਕ ਆ, ਅਪੈਕਸ ਬੈਂਕ ਆ, ਕੀ ਆ ਉਹਦਾ ਨਾਮ ਕੀ ਆ, RBI ਦੀ ਫੁੱਲ ਫਾਰਮ ਕੀ ਹੈ, ਰਿਜ਼ਰਵ ਬੈਂਕ ਆਫ ਇੰਡੀਆ, ਠੀਕ ਹੈ। ਐਂਡ ਇਜ਼ ਬੇਸਡ ਔਨ ਇਨ ਕਨਵਰਟੇਬਲ ਪੇਪਰ ਕਰੰਸੀ ਸਿਸਟਮ। ਜੋ ਆਪਣੇ ਇੰਡੀਆ ਦੇ ਵਿੱਚ ਕੀ ਆ ਕਰੰਸੀ ਸਿਸਟਮ ਆ, ਉਹ ਕੀ ਆ ਇਨਕਨਵਰਟੇਬਲ ਪੇਪਰ ਕਰੰਸੀ ਆ, ਮਤਲਬ ਉਹਨੂੰ ਕਿਸੇ ਵੀ ਹੋਰ ਮੈਟਲ ਦੇ ਵਿੱਚ, ਹੋਰ ਧਾਤ ਦੇ ਵਿੱਚ ਕਨਵਰਟ ਨਹੀਂ ਕੀਤਾ ਜਾਂਦਾ, ਠੀਕ ਹੈ। ਕਿਉਂ ਨਹੀਂ ਕੀਤਾ ਜਾਂਦਾ, ਕਿਉਂਕਿ ਮਨੀ ਦੇ ਰੂਪ ਵਿੱਚ ਹੀ ਉਹਨੂੰ ਪੇਪਰਸ ਦੇ ਰੂਪ ਵਿੱਚ ਹੀ ਚਲਾਇਆ ਜਾਂਦਾ। ਕੋਈ ਕਿਸੇ ਗੋਲਡ ਜਾਂ ਸਿਲਵਰ ਜਾਂ ਹੋਰ ਕੋਈ ਪ੍ਰੀਸ਼ੀਅਸ ਆਪਾਂ ਕਹਿ ਸਕਦੇ ਮੈਟਲ ਦੇ ਰੂਪ ਵਿੱਚ ਉਹਨਾਂ ਨੂੰ ਨਹੀਂ ਬਦਲਿਆ ਜਾਂਦਾ, ਤਾਂ ਕਰਕੇ ਇਹ ਇਨਕਨਵਰਟੇਬਲ ਆ, ਠੀਕ ਹੈ। ਇਸ ਤੋਂ ਅੱਗੇ ਕਹਿੰਦੇ ਕੀ ਫੀਚਰਸ ਆ, ਮੇਨ ਕੀ ਫੀਚਰਸ ਆ ਪ੍ਰੈਜ਼ੈਂਟ ਕਰੰਸੀ ਸਿਸਟਮ ਦੇ, ਜੋ ਇੰਡੀਆ ਦੇ ਵਿੱਚ ਕਰੰਸੀ ਸਿਸਟਮ ਚੱਲ ਰਿਹਾ ਉਹਦੇ ਕੀ ਫੀਚਰਸ ਆ। ਕਹਿੰਦੇ ਦਾ ਕੋਇਨਸ ਆਫ ਆਲ ਡਿਨੋਮੀਨੇਸ਼ਨਸ ਲਾਈਕ 1 ਪੈਸਾ, 2 ਪੈਸੇ, 3 ਪੈਸੇ, 5, 10, 20, 50, ਠੀਕ ਹੈ, ਇਹ ਪੈਸੇ ਨੇ, ਠੀਕ ਹੈ। ਇਹ ਕੀ ਹੈ ਸਰਕੂਲੇਸ਼ਨ ਦੇ ਵਿੱਚ ਚੱਲਦੇ ਆ। ਕਲੀਅਰ। ਕਹਿੰਦੇ ਆਪਣੀ ਜਿਹੜੇ ਛੋਟੇ ਕੋਇਨਸ ਆ, ਜੋ ਪੈਸੇ ਜਿਹਨਾਂ ਨੂੰ ਬੋਲਿਆ ਜਾਂਦਾ, ਉਹ ਆਹ ਵਾਲੀ ਫਾਰਮ 'ਚ ਚੱਲਦੇ ਆ ਇੰਡੀਆ ਦੇ ਵਿੱਚ, ਠੀਕ ਹੈ। ਇਸ ਤੋਂ ਅੱਗੇ ਅਗਲਾ ਫੀਚਰ ਕੀ ਆ, 1 ਰੁਪੀਜ਼ ਨੋਟ, 1 ਰੁਪੀਜ਼ ਕੋਇਨ ਐਂਡ ਕੋਇਨਸ ਆਫ ਲੋਅਰ ਡਿਨੋਮੀਨੇਸ਼ਨਸ ਆਰ ਇਸ਼ੂਡ ਬਾय ਦਾ ਮਿਨਿਸਟਰੀ ਆਫ ਫਾਈਨਾਂਸ, ਗਵਰਨਮੈਂਟ ਆਫ ਇੰਡੀਆ। ਅਗਲਾ ਪੁਆਇੰਟ ਯਾਦ ਰੱਖਣ ਵਾਲਾ ਕੀ ਆ, ਕਹਿੰਦੇ ਜੋ 1 ਰੁਪਏ ਦਾ ਨੋਟ ਆ ਜਾਂ 1 ਰੁਪਏ ਦਾ ਸਿੱਕਾ ਜਾਂ ਫਿਰ ਹੋਰ ਛੋਟੇ ਕੋਇਨਸ ਜੋ ਆਪਣੇ ਚੱਲਦੇ ਆ, ਠੀਕ ਹੈ, ਜਿਹੜੇ ਆਹ ਵਾਲੇ ਕੋਇਨਸ ਆ, ਠੀਕ ਹੈ, ਇਹਨਾਂ ਨੂੰ ਕੌਣ ਇਸ਼ੂ ਕਰਦਾ, ਮਿਨਿਸਟਰੀ ਆਫ ਫਾਈਨਾਂਸ, ਗਵਰਨਮੈਂਟ ਆਫ ਇੰਡੀਆ, ਭਾਰਤ ਦੀ ਸਰਕਾਰ ਇਹਨਾਂ ਨੂੰ ਬਣਾਉਂਦੀ ਹੈ, ਇਸ਼ੂ ਕਰਦੀ ਆ। ਇਸ ਤੋਂ ਅੱਗੇ ਆਲ ਦਾ ਕਰੰਸੀ ਨੋਟਸ ਅਦਰ ਦੈਨ 1 ਰੁਪੀਜ਼ ਨੋਟ, ਠੀਕ ਹੈ। ਕਹਿੰਦੇ 1 ਰੁਪਏ ਦੇ ਨੋਟ ਤੇ 1 ਰੁਪਏ ਦੇ ਸਿੱਕੇ ਤੋਂ ਬਿਨਾਂ ਬਾਕੀ ਜਿੰਨੇ ਵੀ ਤਰ੍ਹਾਂ ਦੇ ਨੋਟਸ ਆ ਉਹਨਾਂ ਨੂੰ ਕੌਣ ਬਣਾਉਂਦਾ, RBI ਦੁਆਰਾ ਉਹ ਇਸ਼ੂ ਕੀਤੇ ਜਾਂਦੇ ਆ। ਇਨ ਅਦਰ ਵਰਡਸ ਕਰੰਸੀ ਨੋਟਸ ਆਫ ਰੁਪੀਜ਼ 2, 5, 10, 20, 50, 100, 500 ਐਂਡ ਇੱਥੇ 2
1000 कर लो आर इशूड बाय द सेंट्रल RBI, ठीक है, सेंट्रल बैंक ऑफ इंडिया। सो तुसी याद की रखना कि ਜਿਹੜੀ ਆਪਣੀ ਗਵਰਨਮੈਂਟ ਆ ਭਾਰਤੀ ਸਰਕਾਰ ਕੋਲ ਕਿਹੜੀ ਅਥਾਰਟੀ ਹੁੰਦੀ ਆ, ਉਹ 1 ਰੁਪਏ ਦਾ ਨੋਟ, ਠੀਕ ਹੈ, 1 ਰੁਪਏ ਦਾ ਸਿੱਕਾ ਤੇ ਇਸ ਤੋਂ ਬਿਨਾਂ ਜਿਹੜੇ ਬਾਕੀ ਲੋਅਰ ਡਿਮੈਂਸ਼ਨ ਦੇ ਜਿਹੜੇ ਕੁਆਇਨਸ ਆ ਉਹਨਾਂ ਨੂੰ ਛਾਪਦੀ ਆ। ਪਰ ਜਿਹੜੀ RBI ਆ, ਠੀਕ ਹੈ, ਜੋ ਆਪਣਾ ਸੈਂਟਰਲ ਬੈਂਕ ਆ, ਉਹ ਵੱਡੇ ਨੋਟਸ ਮਤਲਬ 1 ਰੁਪਏ ਦੇ ਸਿੱਕੇ ਤੋਂ ਲੈ ਕੇ 2000 ਤੱਕ ਦੇ ਨੋਟਾਂ ਨੂੰ ਛਾਪਦੀ ਆ, ਉਹਨਾਂ ਕੋਲ ਅਥਾਰਟੀ ਆ, ਠੀਕ ਹੈ। मतलब कि RBI छोटे नोट्स आ वो नहीं छापती, ठीक है। रिजर्व बैंक ऑफ इंडिया इशूड द करेंसी नोट्स ऑन द बेसिस ऑफ मिनिमम रिजर्व सिस्टम विच इज़ अडॉप्ट इन द नवंबर 1957 ਦੇ ਵਿੱਚ ਕੀ ਆ ਇੱਕ ਸਿਸਟਮ ਚਲਾਇਆ ਗਿਆ ਸੀ ਜਿਹਦੇ ਅਕੋਰਡਿੰਗ ਜਿਹਨੂੰ ਬੋਲਿਆ ਜਾਂਦਾ ਮਿਨੀਮਮ ਰਿਜ਼ਰਵ ਸਿਸਟਮ, ਉਹਦੇ ਅਕੋਰਡਿੰਗ ਹੀ ਰਿਜ਼ਰਵ ਬੈਂਕ ਆਪਣੇ ਇੰਡੀਆ ਦੇ ਵਿੱਚ ਕਰੰਸੀ ਨੂੰ ਛਾਪਦਾ ਵਾ। ਇਹਦੇ ਵਿੱਚ ਕੀ ਆ ਮਿਨੀਮਮ ਰਿਜ਼ਰਵ ਸਿਸਟਮ ਕੀ ਆ ਕਿ ਕਿਸ ਹਿਸਾਬ ਦੇ ਨਾਲ ਆਪਣੇ ਜਿਹੜਾ RBI ਆ, ਠੀਕ ਹੈ, ਸੈਂਟਰਲ ਬੈਂਕ ਆ, ਉਹ ਨੋਟ ਛਾਪਦਾ। ਕਹਿੰਦੇ ਪਹਿਲਾਂ ਕੀ ਕਰਨਾ ਪੈਂਦਾ, ਸੈਂਟਰਲ ਬੈਂਕ ਨੂੰ 200 ਕਰੋੜ ਦਾ ਕੀ ਆ ਆਪਣੇ ਕੋਲ ਰਿਜ਼ਰਵ ਫੰਡ ਰੱਖਣਾ ਪੈਂਦਾ, ਉਹਦੇ ਮੁਤਾਬਿਕ ਹੀ ਕੀ ਆ ਪੈਸੇ ਛਾਪਦਾ, ਠੀਕ ਹੈ। ਪਹਿਲਾਂ ਕੀ ਆ ਉਹਨੂੰ 200 ਕਰੋੜ ਰੁਪਇਆ ਕੀ ਆ ਰਿਜ਼ਰਵ ਫੰਡ ਰੱਖਣਾ ਪੈਂਦਾ, ਜਿਹਦੇ ਵਿੱਚ ਕੀ ਆ ਕੈਸ਼ ਵੀ ਹੋ ਸਕਦਾ, ਠੀਕ ਹੈ, ਗੋਲਡ ਦੇ ਕੋਇਨਸ ਵੀ ਹੋ ਸਕਦੇ ਆ, ਠੀਕ ਹੈ, ਸਿਕਿਉਰਿਟੀਜ਼ ਵੀ ਹੋ ਸਕਦੀਆਂ। ਇਸ ਦੇ ਅਕੋਰਡਿੰਗ ਹੀ ਕੀ ਆ ਇੰਡੀਅਨ ਕਰੰਸੀ ਸਿਸਟਮ ਆਪਣਾ ਕੰਮ ਕਰਦਾ। ਇੱਥੇ ਹੀ ਆਪਣਾ ਇਹ ਟੌਪਿਕ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।